ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 13ਵੀਂ ਤੇ ਪਦ ਤੀਜਾ ਵਿਚਾਰਨ ਜਾ ਰਹੇ ਹਾਂ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। 24 ਅਸ਼ਟਪਦੀਆਂ, ਹਰ ਇੱਕ ਅਸ਼ਟਪਦੀ ਦੇ 8 ਪਦ ਜਾਣੀ 8 ਭਾਗ ਹਨ। 3 ਘੰਟਿਆਂ ਤੋਂ ਇੱਕ ਪਹਿਰ ਬਣਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਨੂੰ ਸਮੇਂ ਦੇ ਨਾਲ ਜੋੜਿਆ ਹੈ, ਕਿਉਂਕਿ ਸਮਾਂ ਹੀ ਇਨਸਾਨ ਉੱਤੇ ਢੁਕਦਾ ਹੈ। ਜਿਸ ਤਰ੍ਹਾਂ ਸਮਾਂ ਤਬਦੀਲ ਹੁੰਦਾ ਹੈ ਹਰ ਪਲ ਹਰ ਛਿਨ, ਇਸੇ ਤਰ੍ਹਾਂ ਇਨਸਾਨ ਪਲ ਪਲ ਦੇ ਵਿੱਚ ਬਦਲਦਾ ਹੈ। ਚੱਲਣ ਵਾਲਾ ਕਾਲ ਰੂਪੀ ਸਮਾਂ ਇਨਸਾਨ ਇੱਕ ਦੂਸਰੇ ਦੇ ਨਾਲ ਮਿਲਦੇ ਹਨ। ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਸਿੱਖਾਂ ਨੂੰ ਇਸ ਸਮੇਂ ਨੂੰ ਸਫਲ ਕਰਨ ਦੇ ਲਈ ਮਿਹਰਬਾਨੀ ਕੀਤੀ ਹੈ, ਕਿਰਪਾ ਕੀਤੀ ਹੈ ਕਿ ਪ੍ਰਾਣੀ ਤੈਨੂੰ 24 ਘੰਟੇ ਦੇ ਵਿੱਚ ਔਸਤਨ 24,000 ਸਵਾਸ ਆਉਂਦੇ ਹਨ। ਇੱਕ ਇੱਕ ਅੱਖਰ ਸੁਖਮਨੀ ਸਾਹਿਬ ਦਾ ਤੇਰੇ ਲਈ, ਤੇਰੇ ਸਵਾਸਾਂ ਨੂੰ ਸਫਲ ਕਰਨ ਦੇ ਲਈ ਇੱਕ ਚਾਨਣ ਮਨਾਰਾ ਹੈ, ਤੇਰੇ ਲਈ ਇੱਕ ਸੇਧ ਹੈ। ਤੇਰਾ ਮਿਸ਼ਨ ਹੈ ਕਿ ਹਰ ਪਲ ਨੂੰ ਤੂੰ ਅਜਾਈ ਨਾ ਗਵਾ, ਹਰ ਸਵਾਸ ਨੂੰ ਤੂੰ ਪ੍ਰਭੂ ਦੇ ਲੇਖੇ ਦੇ ਵਿੱਚ ਲਾ ਦੇ। ਇਹੀ ਤੇਰਾ ਇਸ ਜ਼ਿੰਦਗੀ ਦਾ ਮਨੋਰਥ ਹੈ। ਸੱਚੇ ਪਾਤਸ਼ਾਹ ਨੇ ਸਵਾਸ ਸਵਾਸ ਸਫਲ ਕਰਨ ਦੇ ਲਈ ਆਪਣੇ ਪਿਆਰੇ ਗੁਰਸਿੱਖਾਂ ਉੱਤੇ ਮਿਹਰ ਕੀਤੀ ਹੈ। ਸੱਚੇ ਪਾਤਸ਼ਾਹ ਇਸ ਪਦ ਦੇ ਵਿੱਚ ਉਹਨਾਂ ਨਿੰਦਕਾਂ ਦੀ, ਉਹਨਾਂ ਚੁਗਲਖੋਰਾਂ ਦੀ, ਜਿਹੜੇ ਭਗਤਾਂ ਦੇ ਲਈ ਹਮੇਸ਼ਾ ਹੀ ਮੁਸੀਬਤਾਂ ਖੜੀਆਂ ਕਰਦੇ ਰਹੇ ਹਨ, ਜਿਉਂ-ਜਿਉਂ ਭਗਤ ਇਸ ਦੁਨੀਆ ਦੇ ਵਿੱਚ ਪ੍ਰਗਟ ਹੋਏ ਤਾਂ ਉਹ ਦੁਨੀਆ ਨੂੰ ਰਾਸ ਨਹੀਂ ਆਏ। ਦੁਨੀਆ ਨੇ ਉਹਨਾਂ ਨੂੰ ਸਤਾਇਆ, ਤੰਗ ਕੀਤਾ। ਚਾਹੇ ਕਿਸੇ ਰੂਪ ਦੇ ਵਿੱਚ ਵੀ ਸ਼ੈਤਾਨ ਪੈਦਾ ਹੋਇਆ, ਹਰਨਾਕਸ਼ ਦੇ ਰੂਪ ਦੇ ਵਿੱਚ, ਰਾਵਣ ਦੇ ਰੂਪ ਦੇ ਵਿੱਚ, ਕਿਸੇ ਵੀ ਰੂਪ ਦੇ ਵਿੱਚ ਪੈਦਾ ਹੋ ਕੇ ਭਗਤਾਂ ਨੂੰ ਕਸ਼ਟ ਹੀ ਦਿੱਤੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਇਸ ਤਰ੍ਹਾਂ ਦੇ ਪ੍ਰਾਣੀ ਜਿਹੜੇ ਇੱਕ ਬੁਰਾਈ ਦਾ ਰੂਪ ਧਾਰਨ ਕਰ ਲੈਂਦੇ ਹਨ, ਦੁਨੀਆ ਦੇ ਵਿੱਚ ਬੇਸ਼ੁਮਾਰ ਹਨ। ਅਸੰਖ ਚੋਰ ਹਰਾਮਖੋਰ, ਉਹਨਾਂ ਦੀ ਗਿਣਤੀ ਅਸੰਖਾਂ ਦੇ ਵਿੱਚ ਹੈ, ਜਿਨ੍ਹਾਂ ਨੇ ਜੀਸਸ ਕ੍ਰਾਈਸਟ ਨੂੰ ਸੂਲੀ ਉੱਤੇ ਲਟਕਾਇਆ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪਿਲਾਇਆ, ਕਬੀਰ ਨੂੰ ਦੁੱਖ ਦਿੱਤੇ, ਨਾਮਦੇਵ ਨੂੰ ਤਸੀਹਾਂ ਦੇ ਨਾਲ ਸਾੜਿਆ, ਦੁਖੀ ਕੀਤਾ। ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਭੂਤਨਾ, ਬੇਤਾਲਾ, ਕਰਾਈਆ ਜਾਂ ਲੋਕਾਂ ਨੂੰ ਗਲਤ ਪਾਸੇ ਲਾਉਣ ਵਾਲਾ ਤਪਾ ਕਹਿ ਕੇ ਸੱਚੇ ਪਾਤਸ਼ਾਹ ਦੇ ਪਿਆਰਿਆਂ ਦਾ ਦਿਲ ਤੋੜਿਆ। ਧੰਨ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਸਿਫਤ ਸਲਾਹ ਕਰਦੇ ਹਨ, ਜਿਹੜੇ ਪਰਵਾਨੇ ਬਣ ਕੇ ਭਗਤੀ ਕਰਦੇ ਹਨ, ਗੁਰੂ ਦੀ ਸ਼ਮਾ ਦੇ ਉੱਤੇ ਕੁਰਬਾਨ ਹੋ ਜਾਂਦੇ ਹਨ, ਆਪਣਾ ਸਾਰਾ ਕੁਝ ਨਿਸ਼ਾਵਰ ਕਰ ਦਿੰਦੇ ਹਨ।
ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਤੋਂ ਕੁਝ ਵੀ ਲੁਕੋ ਕੇ ਨਹੀਂ ਰੱਖਦਾ। ਆਪਣਾ ਰੂਪ ਉਹਨਾਂ ਨੂੰ ਦੇ ਦਿੰਦਾ ਹੈ, ਆਪਣੇ ਵਰਗੇ ਹੀ ਬਣਾ ਲੈਂਦਾ ਹੈ। ਹਰੀ ਆਪਣੇ ਜਨਾਂ ਨੂੰ ਆਪਣੀ ਗਲਵੱਖੜੀ ਦੇ ਵਿੱਚ ਲੈ ਲੈਂਦਾ ਹੈ ਤੇ ਉਹਨਾਂ ਨੂੰ ਆਪਣਾ ਸਾਰਾ ਤੇਜ ਬਖਸ਼ ਦਿੰਦਾ ਹੈ। ਇਸ ਤੋਂ ਉਲਟ ਜਿਹੜੇ ਨਿੰਦਕ ਹੈ, ਮੂੰਹ ਜ਼ੋਰ ਹੈ, ਸੀਨਾ ਜ਼ੋਰ ਹੈ, ਧੰਨ ਧੰਨ ਵਾਹਿਗੁਰੂ ਅਕਾਲ ਪੁਰਖ ਉਹਨਾਂ ਨੂੰ ਸਜ਼ਾ ਦਿੰਦਾ ਹੈ। ਉਹਨਾਂ ਨੂੰ ਕਾਸੇ ਜੋਗੇ ਨਹੀਂ ਛੱਡਦਾ। ਉਹਨਾਂ ਨੂੰ ਪਲ ਪਲ ਛਿਨ ਛਿਨ ਸਜ਼ਾ ਮਿਲਦੀ ਹੈ। ਉਹ ਕਾਸੇ ਜੋਗੇ ਨਹੀਂ ਰਹਿੰਦੇ, ਸੜਦੇ ਹਨ, ਆਪਣੀ ਅੱਗ ਦੇ ਵਿੱਚ ਸੜਦੇ ਹਨ, ਤਪਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹਨਾਂ ਦਾ ਕੋਈ ਵੀ ਬਾਲੀ ਵਾਰਸ ਨਹੀਂ ਰਹਿੰਦਾ। ਸੰਤ ਕਾ ਨਿੰਦਕ ਮਹਾ ਅਤ ਤਾਈ। ਅੱਤ ਆਪਣੇ ਆਪ ਦੇ ਵਿੱਚ ਬਹੁਤ ਹੀ ਮਾੜੀ ਹੈ। ਜਿਹਨੇ ਅੱਤ ਚੁੱਕ ਲਈ ਉਹਦਾ ਵਿਨਾਸ਼ ਤੈਅ ਹੋ ਗਿਆ। ਖੁਦੀ ਤੇ ਖੁਦਾ ਦਾ ਬੈਰ ਹੈ। ਜਦੋਂ ਕੋਈ ਗਿਆਨ ਦੀ ਹਨੇਰੀ ਦੇ ਵਿੱਚ ਅੰਨਾ ਹੋ ਜਾਂਦਾ ਹੈ, ਮਾਇਆ ਦੇ ਪ੍ਰਾਪਤੀ ਨਾਲ ਬੌਰਾ ਹੋ ਜਾਂਦਾ ਹੈ, ਕਿਸੇ ਤਰ੍ਹਾਂ ਦਾ ਮਾਇਆ ਦਾ ਰੰਗ ਉਹਨੂੰ ਚੜ੍ਹ ਜਾਂਦਾ ਹੈ ਤੇ ਪਾਗਲ ਬਣਾ ਦਿੰਦਾ ਹੈ, ਉਹ ਅੱਤ ਚੁੱਕ ਲੈਂਦਾ ਹੈ ਤੇ ਅੱਤ ਉਹਦਾ ਵਿਨਾਸ਼ ਕਰ ਦਿੰਦੀ ਹੈ। ਅੱਤ ਤਾਈ ਉਹਨੂੰ ਕਾਸੇ ਜੋਗਾ ਨਹੀਂ ਛੱਡਦੀ। ਸਾਧੂ ਦੀ ਨਿੰਦਿਆ ਕਰਨ ਵਾਲਾ ਅੰਤ ਦਾ ਆਪਣੀ ਮੌਤ ਆਪ ਹੀ ਸਹੇੜਦਾ ਹੈ ਤੇ ਉਹ ਇੱਕ ਰਾਖਸ਼ ਦਾ ਰੂਪ ਧਾਰਨ ਕਰ ਲੈਂਦਾ ਹੈ। ਸੰਤ ਕਾ ਨਿੰਦਕ ਖਿੰਨ ਟਿਕਨ ਨਾ ਪਾਈ। ਉਹਨੂੰ ਟਿਕਾ ਕਿੱਥੇ। ਜਿਹੜਾ ਕੁਦਰਤ ਨੂੰ ਬਣਾਉਣ ਵਾਲੇ ਦੀ ਅਰਾਧਨਾ ਕਰਦਾ ਹੈ, ਉਹਦਾ ਨਾਮ ਜਪਦਾ ਹੈ, ਜੇ ਕੋਈ ਉਹਦੇ ਉੱਤੇ ਨਿੰਦਿਆ ਦਾ ਕੂੜਾ ਸੁੱਟਦਾ ਹੈ, ਉਹਨੂੰ ਜਲੀਲ ਕਰਦਾ ਹੈ, ਪ੍ਰਭੂ ਨੂੰ ਕਿਸ ਤਰ੍ਹਾਂ ਭਾਉਂਦਾ ਹੈ। ਪ੍ਰਭੂ ਉਹਨੂੰ ਇਸ ਤਰ੍ਹਾਂ ਦੇ ਕਸ਼ਟ ਦੀ ਭੱਠੀ ਦੇ ਵਿੱਚ ਸੁੱਟ ਦਿੰਦਾ ਹੈ ਕਿ ਉਹ ਇੱਕ ਛਿਨ ਵੀ ਨਹੀਂ ਟਿਕਦਾ, ਟੱਪਦਾ ਹੈ ਦੁੱਖ ਦੇ ਵਿੱਚ, ਪਛਤਾਵੇ ਦੇ ਵਿੱਚ। ਸੰਤ ਕਾ ਨਿੰਦਕ ਮਹਾ ਹਤਿਆਰਾ। ਕਸਾਈ ਦਾ ਕੀ ਕੰਮ ਹੈ। ਹਰ ਰੋਜ਼ ਕਿਸੇ ਜੀਵ ਦੀ ਹੱਤਿਆ ਕਰਨੀ ਜਾਂ ਜੀਵਾਂ ਨੂੰ ਮਾਰਨਾ, ਇਹ ਉਹਦਾ ਇੱਕ ਤਰ੍ਹਾਂ ਦਾ ਸ਼ੈਤਾਨ ਰਵੱਈਆ ਹੈ। ਬੇਸ਼ੱਕ ਰੋਜੀ ਰੋਟੀ ਦੇ ਹੀ ਲਈ, ਪਰ ਪ੍ਰਭੂ ਦੇ ਭਾਣੇ ਦੇ ਵਿੱਚ ਦਖਲ ਦੇਣਾ, ਕਿਸੇ ਦੀ ਜ਼ਿੰਦਗੀ ਮੌਤ ਦਾ ਫੈਸਲਾ ਕਰਨਾ, ਉਹਨੂੰ ਹਤਿਆਰਾ ਹੀ ਕਿਹਾ ਜਾਂਦਾ ਹੈ। ਪਰ ਉਹ ਉਦੋਂ ਵੀ ਵੱਡਾ ਹਤਿਆਰਾ ਹੈ, ਉਦੋਂ ਵੀ ਵੱਡਾ ਕਸਾਈ ਹੈ, ਜਿਹੜਾ ਜਨਾਂ ਦੀ ਨਿੰਦਿਆ ਕਰਦਾ ਹੈ, ਦਾਸਾਂ ਨੂੰ ਭੰਡਦਾ ਹੈ, ਸੇਵਕਾਂ ਦੇ ਉਲਟ ਗੱਲਾਂ ਕਰਦਾ ਹੈ। ਉਹ ਮਹਾ ਹਤਿਆਰਾ ਬਣ ਜਾਂਦਾ ਹੈ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਪ੍ਰਭੂ ਦੀ ਮਾਰ ਪੈਂਦੀ ਹੈ। ਪ੍ਰਭੂ ਦੂਸਰੇ ਪਾਸੇ ਮੂੰਹ ਕਰ ਲੈਂਦਾ ਹੈ।
ਦੁਰਕਾਰ ਦਿੰਦਾ ਹੈ, ਉਹਦਾ ਮੂੰਹ ਫੇਰਿਆ ਹੀ ਉਹਦੇ ਲਈ ਨਸ਼ਟ ਹੋਣ ਦੀ ਕੁੰਡ ਬਣ ਜਾਂਦਾ ਹੈ। ਸਾਧੂਆਂ ਦੀ ਨਿੰਦਿਆ ਕਰਨ ਵਾਲਾ ਚੈਨ ਨਹੀਂ ਪਾਉਂਦਾ। ਦੁਨੀਆ ਥੋੜ੍ਹੇ ਸਮੇਂ ਦੇ ਲਈ ਇਸ ਤਰ੍ਹਾਂ ਦੇ ਲੋਕਾਂ ਨੂੰ ਅਪਣਾਉਂਦੀ ਹੈ। ਉਹਨਾਂ ਦੇ ਦਿਲ ਦੇ ਵਿੱਚ ਹੋਰ ਹੰਕਾਰ ਪੈਦਾ ਕਰਦੀ ਹੈ, ਪਰ ਪ੍ਰਭੂ ਵੱਲੋਂ, ਕ੍ਰੀਏਟਰ ਵੱਲੋਂ, ਇਸ ਸ੍ਰਿਸ਼ਟੀ ਨੂੰ ਸਾਜਣਹਾਰੇ ਵੱਲੋਂ ਉਹਨਾਂ ਨੂੰ ਹਮੇਸ਼ਾ ਹੀ ਮਾਰ ਪੈਂਦੀ ਹੈ। ਸੰਤ ਕਾ ਨਿੰਦਕ ਰਾਜ ਤੇ ਹੀਨ। ਰਾਜ ਹਰ ਕੋਈ ਕਰਦਾ ਆਪਣੀ ਆਪਣੀ ਜਗ੍ਹਾ ਦੇ ਉੱਤੇ, ਚਾਹੇ ਪਰਿਵਾਰ ਦੇ ਵਿੱਚ, ਚਾਹੇ ਮਿੱਤਰਾਂ ਦੇ ਵਿੱਚ, ਸੰਬੰਧੀਆਂ, ਪਿੰਡ, ਸ਼ਹਿਰ, ਇਲਾਕਾ, ਜ਼ਿਲ੍ਹਾ, ਸਟੇਟ ਜਾਂ ਦੇਸ਼ ਵੀ ਕਿਉਂ ਨਾ ਹੋਵੇ। ਜਿੱਥੇ ਕਿਸੇ ਦੀ ਪੁੱਛ ਪੜਤਾਲ ਹੁੰਦੀ ਹੈ, ਲੋਕ ਸਲਾਹ ਲੈਂਦੇ ਹਨ, ਉਸ ਨੂੰ ਰਾਜ ਹੀ ਕਿਹਾ ਜਾਂਦਾ ਹੈ। ਕੋਈ ਆਪਣੀ ਪਦਵੀ ਦੀ ਕੁਰਸੀ 'ਤੇ ਰਾਜ ਕਰਦਾ ਹੈ, ਕੋਈ ਆਪਣੀ ਵਿੱਦਿਆ ਦੇ ਗਿਆਨ ਨਾਲ ਰਾਜ ਕਰਦਾ ਹੈ, ਕੋਈ ਬਲ ਦੇ ਬਲ ਬੂਤੇ ਨਾਲ ਰਾਜ ਕਰਦਾ ਹੈ, ਕੋਈ ਸੁੰਦਰਤਾ ਦੇ ਰਾਹੀਂ ਰਾਜ ਕਰਦਾ ਹੈ, ਆਵਾਜ਼ ਦੇ ਨਾਲ ਜਾਂ ਸਾਜ਼ ਦੇ ਨਾਲ। ਜਿੰਨੇ ਵੀ ਰਾਜ ਹਨ ਪ੍ਰਭੂ ਦੀ ਬਖਸ਼ਿਸ਼ ਨਾਲ ਹੀ ਹੁੰਦੇ ਹਨ, ਪ੍ਰਭੂ ਦੀ ਮਿਹਰ ਨਾਲ ਹੀ ਉਹਨਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਹੜਾ ਦੁਸ਼ਟ ਗਰੀਬਾਂ ਦੀ, ਭਗਤਾਂ ਦੀ ਨਿੰਦਿਆ ਕਰਦਾ ਹੈ, ਉਹਨੂੰ ਮਾਰ ਕੇ ਪਚਾ ਦਿੱਤਾ ਜਾਂਦਾ ਹੈ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਹੰਕਾਰੀਆ ਨਿੰਦਕਾ ਪਿੱਠ ਦੇਵ, ਨਾਮ ਦੇਵ ਮੁਖ ਲਾਇਆ। ਪ੍ਰਭੂ ਤਾਂ ਆਪਣੇ ਪਿਆਰਿਆਂ ਨੂੰ ਗਲਵੱਖੜੀ ਪਾਉਂਦਾ ਹੈ, ਉਹਨਾਂ ਵੱਲ ਮੂੰਹ ਘੁਮਾਉਂਦਾ ਹੈ, ਦੁਸ਼ਟਾਂ ਵੱਲ ਪਿੱਠ ਕਰ ਲੈਂਦਾ ਹੈ। ਨਿੰਦਕ ਰਾਜ ਤੋਂ ਹੀਣ, ਸੰਤ ਕਾ ਨਿੰਦਕ ਦੁਖੀਆ ਅਰ ਦੀਨ। ਦੁਨੀਆ ਦੀ ਘਸਪੱਟੀ, ਦੁਨੀਆ ਦੀ ਤੱਕੜੀ ਗਰੀਬ ਤੇ ਅਮੀਰ ਨੂੰ ਉਲਟੇ ਤਰੀਕੇ ਨਾਲ ਤੋਲਦੀ ਹੈ। ਇਸ ਦੁਨੀਆ ਦੇ ਵਿੱਚ ਝੂਠ ਬੋਲਣ ਵਾਲਾ, ਬਕਾਰੀ ਕਰਨ ਵਾਲਾ, ਨਿੰਦਕ, ਦੁਸ਼ਟ, ਪਾਪੀ, ਲੋਕਾਂ ਨੂੰ ਧੋਖੇ ਦੇਣ ਵਾਲਾ, ਮਾਇਆ ਦੇ ਜ਼ੋਰ ਉੱਤੇ ਆਪਣੇ ਆਪ ਨੂੰ ਬਾਦਸ਼ਾਹ ਕਹਾਉਂਦਾ ਹੈ ਅਤੇ ਲੋਕ ਉਹਦੀ ਮੰਨਦੇ ਹਨ। ਬੇਸ਼ੱਕ ਥੋੜ੍ਹੇ ਸਮੇਂ ਦੇ ਲਈ ਹੀ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ 13 ਵਾਲੇ ਦੀ ਤੱਕੜੀ ਅਸਲੀ ਤੱਕੜੀ ਹੈ, ਜਿਹੜੀ ਗਰੀਬ ਨੂੰ ਤੇ ਅਮੀਰ ਨੂੰ ਤੋਲਦੀ ਹੈ, ਅਤੇ ਹਮੇਸ਼ਾ ਹੀ ਭਾਰ ਹੈ ਜਿਹੜਾ ਉਹ ਗਰੀਬਾਂ ਦਾ, ਜਨਾਂ ਦਾ, ਦਾਸਾਂ ਦਾ, ਸੇਵਕਾਂ ਦਾ, ਪਰ ਅਪਕਾਰੀਆਂ ਦਾ ਤੱਕੜੀ ਨੂੰ ਥੱਲੇ ਦੱਬ ਲੈਂਦਾ ਹੈ। ਜਿਹੜੇ ਫੋਕੇ ਨੇ, ਕੱਚੇ ਨੇ, ਝੂਠੇ ਨੇ, ਹੰਕਾਰ ਦੇ ਭਰੇ ਹੋਏ ਹਨ, ਉਹ 13 ਵਾਲੇ ਦੀ ਤੱਕੜੀ ਦੇ ਉੱਤੇ ਟੰਗੇ ਜਾਂਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹ ਅਸਲੀ ਗਰੀਬ ਹਨ। ਨਾਨਕ ਦੀ ਤੱਕੜੀ ਗਰੀਬ ਤੇ ਅਮੀਰ ਨੂੰ ਪਰਖ ਵਾਲੀ ਤੱਕੜੀ ਹੈ। ਸਾਧੂ ਦੀ ਨਿੰਦਿਆ ਕਰਨ ਵਾਲਾ ਪੀੜਤ, ਕੰਗਾਲ ਅਤੇ ਅਤ ਗਰੀਬ ਹੋ ਜਾਂਦਾ ਹੈ। ਸੰਤ ਕੇ ਨਿੰਦਕ ਕੋ ਸਰਬ ਰੋਗ। ਦੁਨੀਆ ਦੇ ਵਿੱਚ ਤਨ ਦੇ ਰੋਗ ਹਨ, ਮਨ ਦੇ ਰੋਗ ਹਨ। ਜਿੰਨੇ ਵੀ ਰੋਗ ਲੱਗਦੇ ਹਨ
ਪ੍ਰਭੂ ਦੀ ਕਰੋਪੀ ਨਾਲ ਹੀ ਲੱਗਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਹੜੀਆਂ ਮਾਨਸਿਕ ਬਿਮਾਰੀਆਂ ਹਨ ਉਹ ਨਿੰਦਕਾਂ ਨੂੰ ਚਿੰਬੜਦੀਆਂ ਹਨ। ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਡਰ ਰਹਿੰਦਾ ਹੈ, ਹੰਕਾਰ ਦੇ ਵਿੱਚ ਜਲਦੇ ਹਨ। ਬਗਾਨਿਆਂ ਦਾ, ਬੈਰੀਆਂ ਦਾ ਡਰ, ਮੌਤ ਦਾ ਡਰ ਉਹਨਾਂ ਨੂੰ ਇੱਕ ਛਿੰਨ ਵੀ ਟਿਕਣ ਨਹੀਂ ਦਿੰਦਾ। ਉਹਨਾਂ ਨੂੰ ਬੜੇ ਭਿਆਨਕ ਰੋਗ ਲੱਗ ਜਾਂਦੇ ਹਨ। ਸਾਧੂ ਦੀ ਨਿੰਦਿਆ ਕਰਨ ਵਾਲਿਆਂ ਨੂੰ ਦੁਨੀਆ ਭਰ ਦੀਆਂ ਬਿਮਾਰੀਆਂ ਚਿੰਬੜ ਜਾਂਦੀਆਂ ਹਨ। ਸੰਤ ਕੇ ਨਿੰਦਕੋ ਸਦਾ ਵਿਜੋਗ। ਗੁਰੂ ਪਿਆਰਿਓ, ਸਭ ਤੋਂ ਵੱਡੀ ਬਿਮਾਰੀ ਇਸ ਦੁਨੀਆ ਦੇ ਵਿੱਚ ਐਸੋਲੇਸ਼ਨ ਹੈ, ਇਕੱਲੇ ਰਹਿਣ ਦੀ ਬਿਮਾਰੀ। ਇਨਸਾਨ ਬਣਿਆ ਹੀ ਸੰਗ ਦੇ ਲਈ ਹੈ। ਜੇ ਕਿਸੇ ਨੂੰ ਸੰਗ ਸਾਧੂਆਂ ਦਾ ਪ੍ਰਾਪਤ ਹੁੰਦਾ ਹੈ ਉਹ ਭਾਗਾਂ ਵਾਲਾ ਹੈ। ਜੇ ਕਿਸੇ ਨੂੰ ਕਪਟੀਆਂ ਦਾ ਸੰਗ ਪ੍ਰਾਪਤ ਹੁੰਦਾ ਹੈ ਉਹਦੇ ਭਾਗ ਮਾੜੇ ਹਨ। ਜਿਹੜੇ ਨਿੰਦਕ ਲੋਕ ਹਨ ਉਹਨਾਂ ਨੂੰ ਨਿੰਦਕਾਂ ਦੀ ਹੀ ਕੰਪਨੀ ਮਿਲਦੀ ਹੈ, ਨਿੰਦਕਾਂ ਦਾ ਹੀ ਸਾਥ ਮਿਲਦਾ ਹੈ। ਇੱਕ ਨਿੰਦਕ ਦੂਸਰੇ ਨਿੰਦਕ ਤੋਂ ਉੱਤੇ 'ਚ ਹੀ ਗਰੀਬਾਂ ਦੀ, ਜਨਾਂ ਦੀ, ਦਾਸਾਂ ਦੀ, ਸੇਵਕਾਂ ਦੀ ਨਿੰਦਿਆ ਕਰਦਾ ਹੈ ਅਤੇ ਉਹ ਲੋਕ ਸਦਾ ਹੀ ਇਕੱਲੇ ਰਹਿੰਦੇ ਹਨ। ਉਹਨਾਂ ਦਾ ਕੋਈ ਮਿੱਤਰ ਨਹੀਂ ਹੁੰਦਾ। ਵਿਜੋਗ ਦੀ ਭੱਠੀ ਦੇ ਵਿੱਚ ਹਮੇਸ਼ਾ ਸੜਦੇ ਰਹਿੰਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਸੰਤ ਕੀ ਨਿੰਦਿਆ ਦੋਖ ਮੈਂ ਦੋਖ। ਦੁੱਖਾਂ ਦਾ ਦੁੱਖ, ਬਿਮਾਰੀਆਂ ਦੀ ਬਿਮਾਰੀ ਉਹਨਾਂ ਨੂੰ ਚਿੰਬੜੀ ਰਹਿੰਦੀ ਹੈ। ਹਮੇਸ਼ਾ ਹੀ ਇੱਕ ਦੁੱਖ ਹਟਦਾ ਹੈ, ਦੂਜਾ ਲੱਗ ਜਾਂਦਾ ਹੈ। ਸੜਦੇ ਹੀ ਰਹਿੰਦੇ ਹਨ ਦੁੱਖਾਂ ਦੀ ਭੱਠੀ ਦੇ ਵਿੱਚ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਕੋਈ ਚੰਗਾ ਕੰਮ ਨਹੀਂ ਕੀਤਾ ਉਹਨਾਂ ਨੇ। ਸਾਰੀ ਜ਼ਿੰਦਗੀ ਲੋਕਾਂ ਨੂੰ, ਦਰਵੇਸ਼ਾਂ ਨੂੰ, ਮਲੰਗਾਂ ਨੂੰ, ਭਗਤਾਂ ਨੂੰ ਨਿੰਦਿਆ ਹੈ। ਸੰਤ ਕੀ ਨਿੰਦਾ ਦੋਖ ਮੈਂ ਦੋਖ। ਦੁੱਖਾਂ ਦਾ, ਪਾਪਾਂ ਦਾ ਪਾਪ। ਜਿਹੜਾ ਵੀ ਸਾਧੂ ਦੀ ਬਦਖੋਹੀ ਕਰਦਾ ਹੈ ਉਹ ਪਾਪੀ ਤਾਂ ਹੈ ਹੀ, ਪਰ ਸਭ ਤੋਂ ਜ਼ਿਆਦਾ ਉਹਦੇ ਅੰਦਰ ਜਿਹੜੀ ਸ਼ੈਤਾਨੀਅਤ ਹੈ ਉਹਨੂੰ ਸਾੜਦੀ ਰਹਿੰਦੀ ਹੈ, ਹੰਕਾਰ ਵੱਲ ਪ੍ਰੇਰਦੀ ਰਹਿੰਦੀ ਹੈ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਪਿਆਰਿਆਂ ਦੀ ਮਹਿਮਾ ਬਹੁਤ ਹੀ ਪਿਆਰ ਨਾਲ ਕਰਦੇ ਹਨ। ਉਹਨਾਂ ਨੂੰ ਪ੍ਰਭੂ ਦਾ ਰੂਪ ਹੀ ਦੇ ਦਿੱਤਾ ਹੈ। ਅਕਾਲ ਪੁਰਖ ਦਾ ਰੂਪ ਹੀ ਉਹਨਾਂ ਨੂੰ ਬਣਾ ਦਿੱਤਾ ਹੈ। ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ, ਆਪਣੇ ਸੇਵਕਾਂ ਨੂੰ, ਆਪਣੇ ਗੁਰਸਿੱਖਾਂ ਨੂੰ ਜਦੋਂ ਪ੍ਰਭੂ ਦਾ ਰੂਪ ਹੀ ਬਣ ਗਏ ਤਾਂ ਕ੍ਰੀਏਟਰ ਵਰਗੀਆਂ ਸ਼ਕਤੀਆਂ ਉਹਨਾਂ ਦੇ ਕੋਲ ਪ੍ਰਾਪਤ ਹੋ ਗਈਆਂ ਬਖਸ਼ਿਸ਼ ਨਾਲ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਭਾਵੇਂ ਨਿੰਦਕ ਬਖਸ਼ਣ ਯੋਗ ਨਹੀਂ ਹੈ, ਪਰ ਭਗਤ ਪ੍ਰਭੂ ਨੂੰ ਪਿਆਰਾ ਹੈ, ਦੁਲਾਰਾ ਹੈ। ਜੇ ਭਗਤ ਦੇ ਦਿਲ ਦੇ ਵਿੱਚ ਆ ਜਾਵੇ, ਸੰਤ ਕੀ ਨਿੰਦਾ ਦੋਖ ਮੈਂ ਦੋਖ। ਦੁੱਖਾਂ ਦਲਿੱਦਰਾਂ ਦਾ ਭਰਿਆ ਹੋਇਆ ਨਿੰਦਕ ਜਿਹੜਾ ਸਾਰੀ ਦੁਨੀਆ ਦੇ ਦੁੱਖ ਲਈ ਫਿਰਦਾ, ਨਾਨਕ ਸੰਤ ਭਾਵੇ ਤਾਂ ਉਸ ਕਾ ਭੀ ਹੋਏ ਮੋਖ। ਜੇ ਮਲੰਗ ਦਰਵੇਸ਼ ਗਰੀਬ ਸਰਬੱਤ ਦਾ ਭਲਾ ਮੰਗਣ ਵਾਲਾ ਉਸ ਪਾਪੀ ਨੂੰ ਮਾਫ ਕਰ ਦਿੰਦਾ ਹੈ ਜਿਹੜਾ ਉਹਦੀ ਖਿੱਲੀ ਉਡਾਉਂਦਾ ਹੈ, ਉਹਨੂੰ ਦੇਖ ਕੇ ਮੱਥੇ 'ਤੇ ਤਿਉੜੀਆਂ ਪਾਉਂਦਾ ਹੈ, ਉਹਨੂੰ ਦੁਸ਼ਟ ਅੱਖਾਂ ਕੱਢ ਕੱਢ ਕੇ ਦਿਖਾਉਂਦਾ ਹੈ, ਪਰ ਉਹਦੀ ਵੱਡੀ ਵਡਿਆਈ ਹੈ। ਗੁਰੂ ਮਹਾਰਾਜ ਸਮਝਾਉਂਦੇ ਹਨ
ਕਿ ਜੇ ਉਹ ਇਹ ਕਹਿ ਦੇਵੇ ਸੱਚੇ ਪਾਤਸ਼ਾਹ ਮੇਰੇ ਪ੍ਰੀਤਮ ਮੇਰੇ ਪਿਆਰੇ ਇਸ ਨਿੰਦਕ ਨੂੰ ਇਸ ਦੁਸ਼ਟ ਨੂੰ ਮਾਫ ਕਰ ਦੇ ਤਾਂ ਉਹਨੂੰ ਵੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਗੁਰੂ ਪਿਆਰਿਓ, ਇੱਕ ਵੇਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਸੰਤ ਕਾ ਨਿੰਦਕ ਮਹਾ ਅਤ ਤਾਈ, the slanderer of the saint is the extreme evildoer. The person who criticizes Guru's lover is always in trouble. Sant ka nindak khin taken na pai. The slanderer of the saint has not a moment to rest. His mind is always boiling, moving like crazy, moving his head all directions. No patience, never, not even for a moment. Sant ka nindak maha hatyara, like butcher cut the heads of innocent animal creatures. He never get mercy on them because his mind is so cruel. Same way, the slanderer of the saint is a great butcher. Sant ka nindak Parmeshwar Mara. The slanderer of the saint is accursed of the Lord. God never like the critics of the sadhus, of the saints. They always move from one place to other. There is no patience, no rest. Their mind is dancing all the time. Sant ka nindak raj te heen. The slanderer of the saint loses his kingdom. He don't have no peace of mind, no control, always moving from one direction to other. Sant ka nindak dukhiya aur deen. He is always in pain, always crying. No rest to his mind. He is real poor. Some people think he is a lead person among other critics, but that is for a short time. In reality, he is the poor of the poorest. He is a real beggar. He don't have no control, no kingdom, any kind. The slanderer of the saint loses his kingdom. Sant ke nindak ko sarb rog. There are too many diseases, some of very chronic, painful. The criticizer of lovers of God, slanderer of the saint, always have ailment, not one, all the time, one after other. Sant ke nindak ko sada bijog. The slanderer of the saint ever suffers separation. Sant ki ninda dokh mein dokh. The slanderer of the saint is the sin of the sins. He does all that to give pain to God's lovers.
God's meditators, even though he is so cruel, so poor, sin of sins, but if the sadhu, the saint, the server of God, pray for him, नानक संत भावे ता उसका पी होए मोख. He can, Guru's lover can liberate him from all this poison, dirty life. He can get him out and give the life of salvation. Nanak, if it pleases the saint, then even he shall be emancipated. He will be free from this dirty, rotten life. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਬਹੁਤ ਹੀ ਪਿਆਰ ਦੇ ਨਾਲ ਸਾਨੂੰ ਸਮਝਾਇਆ. ਇੱਕ ਪਾਸੇ ਗੁਰੂ ਦਾ ਪਿਆਰਾ ਦਲਾਰਾ, ਜਿਹਨੂੰ ਦਿਸਦਾ ਹੀ ਹੋਰ ਕੁਝ ਨਹੀਂ 24 ਘੰਟੇ, ਸਾਰੇ ਪਾਸੇ ਤੂੰ ਹੀ ਤੂੰ ਹੀ ਤੂੰ ਹੀ ਨਜ਼ਰ ਆਉਂਦਾ. ਤੇ ਦੂਸਰੇ ਪਾਸੇ ਈਰਖਾਬਾਦੀ, ਉਹ ਪ੍ਰਾਣੀ ਹੈ ਜਿਹੜਾ ਮਾਇਆ ਦੀ ਨਦੀ ਦੇ ਵਿੱਚ ਕੁੱਦਿਆ ਹੋਇਆ ਤੇ ਮਾਇਆ ਦਾ ਜ਼ਹਿਰ ਉਹਦੇ ਉੱਤੇ ਚੜ੍ਹ ਗਿਆ ਤੇ ਉਹਦੇ ਵਿੱਚ ਡੁੱਬ ਰਿਹਾ. ਆਪਣੇ ਡੁੱਬਣ ਨੂੰ ਲੈ ਕੇ ਉਹ ਦੁਖੀ ਹੈ ਤੇ ਉਹ ਸਾਧੂ ਦੀ ਨਿੰਦਿਆ ਕਰਦਾ ਤੇ ਉਹਨੇ ਅੱਤ ਚੁੱਕੀ ਹੋਈ ਹੈ. ਉਸ ਅੱਤ ਦੇ ਵਿੱਚ ਉਹ ਮਰਦਾ ਜਾ ਰਿਹਾ, ਸੜਦਾ ਜਾ ਰਿਹਾ ਤੇ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕੀ ਕਰਾਂ. ਬੇਸ਼ੱਕ ਉਹ ਕੋਸ਼ਿਸ਼ ਕਰਦਾ ਹੈ ਉਸ ਕੁੱਬੀ ਨਰਕ ਦੇ ਵਿੱਚੋਂ ਨਿਕਲਣ ਦੇ ਲਈ, ਪਰ ਜਿੰਨੀ ਉਹ ਕੋਸ਼ਿਸ਼ ਕਰਦਾ ਹੈ ਓਨਾ ਹੀ ਹੋਰ ਧੱਸਦਾ ਜਾਂਦਾ ਹੈ. ਪ੍ਰਭੂ ਦਾ ਪਿਆਰਾ, ਪ੍ਰਭੂ ਦੀ ਜਿੰਦ ਜਾਨ ਹੈ. ਭਗਤਾਂ ਦੀ ਲਾਜ ਹਮੇਸ਼ਾ ਪਰਮੇਸ਼ਰ ਰੱਖਦਾ ਹੈ. ਭਗਤਾਂ ਨੂੰ ਹਮੇਸ਼ਾ ਹੀ ਇਸ ਦੁਨੀਆ ਤੋਂ ਬਚਾਉਂਦਾ ਹੈ, ਉਹਨਾਂ ਨੂੰ ਤਾਰਦਾ ਹੈ. ਪਰ ਭਗਤ ਇੰਨੇ ਮਿਹਰਬਾਨ ਹਨ, ਪ੍ਰਭੂ ਦੀ ਤਰ੍ਹਾਂ ਦਿਆਲੂ ਹਨ, ਕਿਰਪਾਲੂ ਹਨ. ਉਹ ਫਿਰ ਵੀ ਨਿੰਦਕਾਂ ਦਾ ਅਖੀਰਲੇ ਮੌਕੇ ਉਹਨਾਂ ਨੂੰ ਬਚਾ ਦਿੰਦੇ ਹਨ. ਸੱਚੇ ਪਾਤਸ਼ਾਹ, ਇਹ ਵੀ ਤੇਰੇ ਬਣਾਏ ਹੋਏ ਹੀ ਪ੍ਰਾਣੀ ਹਨ, ਤੇਰੇ ਹੀ ਬਣਾਈ ਹੋਈ ਲੋਕਾਈ ਦਾ ਹਿੱਸਾ ਹਨ. ਇਹਨਾਂ ਨੂੰ ਬਖਸ਼ ਦੇ ਤੇ ਇੱਦਾਂ ਦੇ ਅੱਤ ਚੁੱਕਣ ਵਾਲੇ ਵੀ. ਗੁਰੂ ਪਿਆਰਿਓ, ਜਿੰਨੀ ਸੱਚੇ ਪਾਤਸ਼ਾਹ ਨੇ ਆਪਣੇ ਪਿਆਰਿਆਂ ਦੀ, ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਦੀ ਮਹਿਮਾ ਕੀਤੀ ਹੈ, ਸੱਚੇ ਪਾਤਸ਼ਾਹ ਨੇ ਉਹਨਾਂ ਦੇ ਚਰਨਾਂ ਦੀ ਧੂੜ ਲੋੜੀ ਹੈ. ਦੁਸ਼ਟ ਪਾਪੀ ਹਤਿਆਰੇ ਜਿਹੜੇ ਪਿਆਰਿਆਂ ਦੇ ਉੱਤੇ ਹਮੇਸ਼ਾ ਹੀ ਕਬੋਲ ਬੋਲਦੇ ਹਨ, ਉਹਨਾਂ ਨੂੰ ਪਰੇਸ਼ਾਨ ਕਰਦੇ ਹਨ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕੋਈ ਟਿਕਾ ਨਹੀਂ ਰਹਿੰਦਾ. ਉਹ ਇੱਕ ਤੁਰਦੇ ਫਿਰਦੇ ਜਲਾਦ ਦਾ, ਕਸਾਈ ਦਾ ਰੂਪ ਬਣ ਜਾਂਦੇ ਹਨ. ਪ੍ਰਭੂ ਕਿੱਥੇ ਉਹਨਾਂ ਨੂੰ ਸਤਿਕਾਰਦਾ ਹੈ, ਪਿਆਰਦਾ ਹੈ, ਜਿਹੜੇ ਉਹਦੇ ਪਿਆਰਿਆਂ ਦਾ ਦਿਲ ਦੁਖੀ ਕਰਦੇ ਹਨ. ਬੇਸ਼ੱਕ ਛੋਟਾ ਬਾਲਕ ਪ੍ਰਹਲਾਦ, ਜਿਹਨੂੰ ਛੋਟੇ ਹੁੰਦਿਆਂ ਹੀ ਇਹ ਗਿਆਨ ਆ ਗਿਆ ਕਿ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਪ੍ਰਭੂ ਪਰਮੇਸ਼ਰ ਹੈ, ਰਾਮ ਹੈ, ਅੱਲਾ ਹੈ, ਖੁਦਾ ਹੈ, ਗੋਡ ਹੈ, ਲੋਰਡ ਹੈ, ਵਾਹਿਗੁਰੂ ਹੈ, ਈਸ਼ਵਰ ਹੈ, ਇਹ ਮੇਰਾ ਪਿਤਾ ਨਹੀਂ ਹੋ ਸਕਦਾ. ਮੇਰਾ ਪਿਤਾ ਦਾ ਖੁਦੀ ਦਾ ਭਰਿਆ ਹੋਇਆ
ਹੰਕਾਰ ਦਾ ਭਰਿਆ ਹੋਇਆ ਇੱਕ ਪਾਪੀ ਹੈ। ਬੇਸ਼ੱਕ ਮੇਰੇ ਸਾਥੀ, ਮੇਰੇ ਨਾਲ ਦੇ ਮਿੱਤਰ ਹਰ ਵੇਲੇ ਹਰਨਾਕਸ਼ ਕਰਦੇ ਹਨ, ਪਰ ਮੈਨੂੰ ਮੇਰੇ ਪਰਮੇਸ਼ਰ ਦਾ ਪਤਾ ਹੈ। ਮੈਂ ਆਪਣੇ ਪਾਪੀ ਪਿਤਾ ਦਾ ਨਾਂ ਨਹੀਂ ਲੈਣਾ ਦੁਨੀਆ ਵਾਲਿਓ, ਮੈਂ ਉਸ ਪਿਤਾ ਦਾ ਨਾਂ ਲੈਣਾ ਜਿਹੜਾ ਇਸ ਕੁਦਰਤ ਨੂੰ ਸਾਜਣ ਵਾਲਾ ਹੈ। ਪ੍ਰਹਲਾਦ ਮੁੱਚਿਆ ਨਹੀਂ, ਝੁਕਿਆ ਨਹੀਂ, ਡਰਿਆ ਨਹੀਂ, ਤੇ ਪ੍ਰਹਲਾਦ ਪਾਪੀ ਦੇ ਛਲਾਵਿਆਂ ਨਾਲ ਮਰਿਆ ਵੀ ਨਹੀਂ, ਹਮੇਸ਼ਾ ਅਮਰ ਹੋ ਗਿਆ। ਹਰਨਾਕਸ਼ ਹਰ ਰੋਜ਼ ਮਰਦਾ ਹੈ। ਉਹਨਾਂ ਹਰਨਾਕਸ਼ਾਂ ਦੀ ਹੀ ਸੱਚੇ ਪਾਤਸ਼ਾਹ ਗੱਲ ਕਰਦੇ ਹਨ ਕਿ ਉਹ ਕਿੰਨੇ ਪਾਪੀ ਹਨ, ਕਿੰਨੇ ਹਤਿਆਰੇ ਹਨ। ਬੇਸ਼ੱਕ ਦੁਨੀਆ ਦੇ ਵਿੱਚ ਹਰਨਾਕਸ਼ ਰਾਜ ਕਰਦੇ ਹਨ, ਦੁਨੀਆ ਨੂੰ ਤੰਗ ਕਰਦੇ ਹਨ, ਪਰੇਸ਼ਾਨ ਕਰਦੇ ਹਨ, ਪਰ ਪਰਮੇਸ਼ਰ ਦੀ ਮਾਰ ਉਹਨਾਂ ਨੂੰ ਪੈਂਦੀ ਹੈ। ਉਹਨਾਂ ਦਾ ਕੋਈ ਰਾਜ ਨਹੀਂ ਹੈ। ਉਹ ਆਪਣੀ ਆਤਮਾ 'ਤੇ ਵੀ ਰਾਜ ਨਹੀਂ ਕਰ ਸਕਦੇ। ਦੁਨੀਆ ਦੀ ਨਜ਼ਰ ਦੇ ਵਿੱਚ ਉਹ ਰਾਜੇ ਹਨ, ਉਹਨਾਂ ਦੀ ਚੱਲਦੀ ਹੈ ਪਦਾਰਥ ਦੇ ਜ਼ੋਰ ਉੱਤੇ ਹਕੂਮਤ, ਪਰ ਪ੍ਰਭੂ ਦੀ ਨਜ਼ਰ ਦੇ ਵਿੱਚ ਉਹ ਬੜੇ ਗਰੀਬ ਹਨ, ਦੀਨ ਹਨ, ਦੁਖੀ ਹਨ, ਰੋਗਾਂ ਦੇ ਨਾਲ ਭਰੇ ਹੋਏ ਹਨ। ਦੁਨੀਆ ਦੇ ਤਮਾਮ ਰੋਗ ਉਹਨਾਂ ਨੂੰ ਚਿੰਬੜ ਜਾਂਦੇ ਹਨ। ਸੌਣ ਵੇਲੇ ਜਿੰਨਾ ਭੋਜਨ ਖਾਂਦੇ ਹਨ, ਓਨੀਆਂ ਹੀ ਦਵਾਈਆਂ ਲੈਂਦੇ ਹਨ। ਭੀਖ ਮੰਗਦੇ ਹਨ ਨੀਂਦ ਦੀ, ਸੌਣ ਦੀ, ਆਰਾਮ ਦੀ, ਚੈਨ ਦੀ, ਪਰ ਪ੍ਰਭੂ ਨਹੀਂ ਦਿੰਦਾ, ਕਿਉਂਕਿ ਪ੍ਰਭੂ ਦੇ ਦਿਲ ਦੇ ਟੁਕੜਿਆਂ ਨੂੰ ਦੁਖੀ ਕਰਨ ਵਾਲੇ ਹਤਿਆਰੇ ਹਮੇਸ਼ਾ ਇਕੱਲੇ ਰਹਿੰਦੇ ਹਨ। ਬੇਸ਼ੱਕ ਉਹ ਭੀੜਾਂ ਦੇ ਵਿੱਚ ਕੁਰਸੀ ਢਾਹ ਕੇ ਬੈਠ ਜਾਣ, ਲੋਕ ਉਹਨਾਂ ਉੱਤੇ ਪ੍ਰਸ਼ੰਸਾ ਦੇ ਪੱਖੇ ਝੱਲਣ, ਪਰ ਉਹ ਇਕੱਲੇ ਦੇ ਇਕੱਲੇ ਸੈਪਰੇਸ਼ਨ ਦੇ ਵਿੱਚ, ਵਿਜੋਗ ਦੇ ਵਿੱਚ। ਲੋਕਾਂ ਦਾ ਸਾਥ ਕਾਹਦਾ, ਦੁਨੀਆ ਦਾ ਸਾਥ ਕਾਹਦਾ, ਜਦ ਪ੍ਰਭੂ ਨੇ ਹੀ ਮੁੱਖ ਮੋੜ ਲਿਆ। ਉਸ ਔਰਤ ਦਾ ਸਜਣਾ ਤਜਣਾ ਕਾਹਦਾ, ਕਾਹਦੀ ਖੂਬਸੂਰਤੀ, ਜਦੋਂ ਪਤੀ ਨੇ ਹੀ ਨਾ ਦੇਖਿਆ, ਪਤੀ ਨੇ ਹੀ ਨਾ ਕਬੂਲਿਆ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਗੁਰੂ ਪਿਆਰਿਓ ਕਿ ਉਹ ਦੋਖੀਆਂ ਦੇ ਦੋਖੀ ਬਣ ਜਾਂਦੇ ਹਨ, ਪਾਪੀਆਂ ਦੇ ਪਾਪੀ ਬਣ ਜਾਂਦੇ ਹਨ। ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਤਾਂ ਕੋਈ ਚੈਨ ਆਉਂਦੀ ਹੀ ਨਹੀਂ। ਗੁਰੂ ਪਿਆਰਿਓ, ਜਿੰਨੀ ਸੱਚੇ ਪਾਤਸ਼ਾਹ ਨੇ ਆਪਣੇ ਪਿਆਰਿਆਂ ਦੀ, ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਦੀ ਮਹਿਮਾ ਕੀਤੀ ਹੈ, ਸੱਚੇ ਪਾਤਸ਼ਾਹ ਨੇ ਉਹਨਾਂ ਦੇ ਚਰਨਾਂ ਦੀ ਧੂੜ ਲੋੜੀ ਹੈ। ਦੁਸ਼ਟ ਪਾਪੀ ਹਤਿਆਰੇ ਜਿਹੜੇ ਪਿਆਰਿਆਂ ਦੇ ਉੱਤੇ ਹਮੇਸ਼ਾ ਹੀ ਕਬੋਲ ਬੋਲਦੇ ਹਨ, ਉਹਨਾਂ ਨੂੰ ਪਰੇਸ਼ਾਨ ਕਰਦੇ ਹਨ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕੋਈ ਟਿਕਾ ਨਹੀਂ ਰਹਿੰਦਾ। ਉਹ ਇੱਕ ਤੁਰਦੇ ਫਿਰਦੇ ਜਲਾਦ ਦਾ, ਕਸਾਈ ਦਾ ਰੂਪ ਬਣ ਜਾਂਦੇ ਹਨ। ਪ੍ਰਭੂ ਕਿੱਥੇ ਉਹਨਾਂ ਨੂੰ ਸਤਿਕਾਰਦਾ ਹੈ, ਪਿਆਰਦਾ ਹੈ, ਜਿਹੜੇ ਉਹਦੇ ਪਿਆਰਿਆਂ ਦਾ ਦਿਲ ਦੁਖੀ ਕਰਦੇ ਹਨ। ਬੇਸ਼ੱਕ ਛੋਟਾ ਬਾਲਕ ਪ੍ਰਹਲਾਦ, ਜਿਹਨੂੰ ਛੋਟੇ ਹੁੰਦਿਆਂ ਹੀ ਇਹ ਗਿਆਨ ਆ ਗਿਆ ਕਿ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਪ੍ਰਭੂ ਪਰਮੇਸ਼ਰ ਹੈ, ਰਾਮ ਹੈ, ਅੱਲਾ ਹੈ, ਖੁਦਾ ਹੈ, ਗੌਡ ਹੈ, ਲੌਰਡ ਹੈ, ਵਾਹਿਗੁਰੂ ਹੈ, ਈਸ਼ਵਰ ਹੈ, ਇਹ ਮੇਰਾ ਪਿਤਾ ਨਹੀਂ ਹੋ ਸਕਦਾ। ਮੇਰਾ ਪਿਤਾ ਦਾ ਖੁਦੀ ਦਾ ਭਰਿਆ ਹੋਇਆ, ਹੰਕਾਰ ਦਾ ਭਰਿਆ ਹੋਇਆ ਇੱਕ ਪਾਪੀ ਹੈ।
ਬੇਸ਼ੱਕ ਮੇਰੇ ਸਾਥੀ, ਮੇਰੇ ਨਾਲ ਦੇ ਮਿੱਤਰ ਹਰ ਵੇਲੇ ਹਰਨਾਕਸ਼ ਕਰਦੇ ਹਨ, ਪਰ ਮੈਨੂੰ ਮੇਰੇ ਪਰਮੇਸ਼ਰ ਦਾ ਪਤਾ ਹੈ। ਮੈਂ ਆਪਣੇ ਪਾਪੀ ਪਿਤਾ ਦਾ ਨਾਂ ਨਹੀਂ ਲੈਣਾ ਦੁਨੀਆ ਵਾਲਿਓ, ਮੈਂ ਉਸ ਪਿਤਾ ਦਾ ਨਾਂ ਲੈਣਾ ਜਿਹੜਾ ਇਸ ਕੁਦਰਤ ਨੂੰ ਸਾਜਣ ਵਾਲਾ ਹੈ। ਪ੍ਰਹਲਾਦ ਮੁੱਚਿਆ ਨਹੀਂ, ਝੁਕਿਆ ਨਹੀਂ, ਡਰਿਆ ਨਹੀਂ, ਤੇ ਪ੍ਰਹਲਾਦ ਪਾਪੀ ਦੇ ਛਲਾਵਿਆਂ ਨਾਲ ਮਰਿਆ ਵੀ ਨਹੀਂ, ਹਮੇਸ਼ਾ ਅਮਰ ਹੋ ਗਿਆ। ਹਰਨਾਕਸ਼ ਹਰ ਰੋਜ਼ ਮਰਦਾ ਹੈ। ਉਹਨਾਂ ਹਰਨਾਕਸ਼ਾਂ ਦੀ ਹੀ ਸੱਚੇ ਪਾਤਸ਼ਾਹ ਗੱਲ ਕਰਦੇ ਹਨ ਕਿ ਉਹ ਕਿੰਨੇ ਪਾਪੀ ਹਨ, ਕਿੰਨੇ ਹੱਤਿਆਰੇ ਹਨ। ਬੇਸ਼ੱਕ ਦੁਨੀਆ ਦੇ ਵਿੱਚ ਹਰਨਾਕਸ਼ ਰਾਜ ਕਰਦੇ ਹਨ, ਦੁਨੀਆ ਨੂੰ ਤੰਗ ਕਰਦੇ ਹਨ, ਪਰੇਸ਼ਾਨ ਕਰਦੇ ਹਨ, ਪਰ ਪਰਮੇਸ਼ਰ ਦੀ ਮਾਰ ਉਹਨਾਂ ਨੂੰ ਪੈਂਦੀ ਹੈ। ਉਹਨਾਂ ਦਾ ਕੋਈ ਰਾਜ ਨਹੀਂ ਹੈ। ਉਹ ਆਪਣੀ ਆਤਮਾ 'ਤੇ ਵੀ ਰਾਜ ਨਹੀਂ ਕਰ ਸਕਦੇ। ਦੁਨੀਆ ਦੀ ਨਜ਼ਰ ਦੇ ਵਿੱਚ ਉਹ ਰਾਜੇ ਹਨ, ਉਹਨਾਂ ਦੀ ਚੱਲਦੀ ਹੈ ਪਦਾਰਥ ਦੇ ਜ਼ੋਰ ਉੱਤੇ ਹਕੂਮਤ, ਪਰ ਪ੍ਰਭੂ ਦੀ ਨਜ਼ਰ ਦੇ ਵਿੱਚ ਉਹ ਬੜੇ ਗਰੀਬ ਹਨ, ਦੀਨ ਹਨ, ਦੁਖੀ ਹਨ, ਰੋਗਾਂ ਦੇ ਨਾਲ ਭਰੇ ਹੋਏ ਹਨ। ਦੁਨੀਆ ਦੇ ਤਮਾਮ ਰੋਗ ਉਹਨਾਂ ਨੂੰ ਚਿੰਬੜ ਜਾਂਦੇ ਹਨ। ਸੌਣ ਵੇਲੇ ਜਿੰਨਾ ਭੋਜਨ ਖਾਂਦੇ ਹਨ, ਓਨੀਆਂ ਹੀ ਦਵਾਈਆਂ ਲੈਂਦੇ ਹਨ। ਭੀਖ ਮੰਗਦੇ ਹਨ ਨੀਂਦ ਦੀ, ਸੌਣ ਦੀ, ਆਰਾਮ ਦੀ, ਚੈਨ ਦੀ, ਪਰ ਪ੍ਰਭੂ ਨਹੀਂ ਦਿੰਦਾ, ਕਿਉਂਕਿ ਪ੍ਰਭੂ ਦੇ ਦਿਲ ਦੇ ਟੁਕੜਿਆਂ ਨੂੰ ਦੁਖੀ ਕਰਨ ਵਾਲੇ ਹਥਿਆਰੇ ਹਮੇਸ਼ਾ ਇਕੱਲੇ ਰਹਿੰਦੇ ਹਨ। ਬੇਸ਼ੱਕ ਉਹ ਭੀੜਾਂ ਦੇ ਵਿੱਚ ਕੁਰਸੀ ਢਾਹ ਕੇ ਬੈਠ ਜਾਣ, ਲੋਕ ਉਹਨਾਂ ਉੱਤੇ ਪ੍ਰਸ਼ੰਸਾ ਦੇ ਪੱਖੇ ਝੱਲਣ, ਪਰ ਉਹ ਇਕੱਲੇ ਦੇ ਇਕੱਲੇ ਸੈਪਰੇਸ਼ਨ ਦੇ ਵਿੱਚ, ਵਿਯੋਗ ਦੇ ਵਿੱਚ। ਲੋਕਾਂ ਦਾ ਸਾਥ ਕਾਹਦਾ, ਦੁਨੀਆ ਦਾ ਸਾਥ ਕਾਹਦਾ, ਜਦ ਪ੍ਰਭੂ ਨੇ ਹੀ ਮੁੱਖ ਮੋੜ ਲਿਆ। ਉਸ ਔਰਤ ਦਾ ਸਜਣਾ ਧਜਣਾ ਕਾਹਦਾ, ਕਾਹਦੀ ਖੂਬਸੂਰਤੀ, ਜਦੋਂ ਪਤੀ ਨੇ ਹੀ ਨਾ ਦੇਖਿਆ, ਪਤੀ ਨੇ ਹੀ ਨਾ ਕਬੂਲਿਆ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਗੁਰੂ ਪਿਆਰਿਓ ਕਿ ਉਹ ਦੋਖੀਆਂ ਦੇ ਦੋਖੀ ਬਣ ਜਾਂਦੇ ਹਨ, ਪਾਪੀਆਂ ਦੇ ਪਾਪੀ ਬਣ ਜਾਂਦੇ ਹਨ। ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਤਾਂ ਕੋਈ ਚੈਨ ਆਉਂਦੀ ਹੀ ਨਹੀਂ। ਉਹਨਾਂ ਦਾ ਅਗਲਾ ਜਨਮ ਵੀ ਹਮੇਸ਼ਾ ਦੇ ਲਈ ਸੁੱਕ ਜਾਂਦਾ ਹੈ, ਸੜ ਜਾਂਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਆਪ ਨੂੰ ਉਹਨਾਂ ਸੇਵਕਾਂ ਦੀ ਧੂੜ, ਚਰਨਾਂ ਦੀ ਧੂੜ ਮੰਨਦੇ ਹਨ। ਉਹਨਾਂ ਨੂੰ ਲੱਭਦੇ ਹਨ ਕਿ ਮੈਨੂੰ ਗੁਰੂ ਦਾ ਪਿਆਰਾ ਕੋਈ ਮਿਲ ਜਾਵੇ, ਮੈਂ ਉਹਨੂੰ ਕੀ ਦੇ ਦੇਵਾਂ। ਮੈਂ ਉਹਨੂੰ ਧੁਰਕੀ ਬਾਣੀ ਦੀ ਸਿੱਖਿਆ ਨਾਲ ਸਮਝਾ ਦੇਵਾਂ, ਉਹਨੂੰ ਰਜਾ ਦੇਵਾਂ ਆਪਣੇ ਪਿਆਰ ਦੇ ਨਾਲ। ਕਿੰਨੇ ਨਿੰਦਕਾਂ ਨੇ ਉਹਨੂੰ ਸਤਾਇਆ ਹੈ, ਦੁਖੀ ਕੀਤਾ ਹੈ, ਪਰਮੇਸ਼ਰ ਦੇ ਮਾਰਿਆਂ ਨੇ, ਜਿਨ੍ਹਾਂ ਦਾ ਕੋਈ ਦੁਨੀਆ ਦੇ ਵਿੱਚ ਆਧਾਰ ਨਹੀਂ ਹੈ। ਕੰਗਾਲ ਲੋਕ ਹਨ, ਰੋਗਾਂ ਦੇ ਭਰੇ ਹੋਏ ਹਨ, ਦੁਖੀਆਂ ਦੇ ਦੋਖੀ ਬਣ ਜਾਂਦੇ ਹਨ, ਪਾਪੀਆਂ ਦੇ ਪਾਪੀ ਬਣ ਜਾਂਦੇ ਹਨ। ਪਰ ਮੇਰੇ ਪਿਆਰੇ ਸਿੱਖ, ਮੇਰੇ ਪਿਆਰੇ ਸੇਵਕ, ਮੇਰੇ ਪਿਆਰੇ ਦਾਸ ਸਮੁੰਦਰ ਜਿੰਨਾ ਹਿਰਦਾ ਵਿਸ਼ਾਲ ਰੱਖਦੇ ਹਨ, ਆਕਾਸ਼ ਜਿੰਨਾ ਹਿਰਦਾ ਖੁੱਲ੍ਹਾ ਰੱਖਦੇ ਹਨ। ਉਹ ਕਿਸੇ ਦਾ ਬੁਰਾ ਨਹੀਂ ਮੰਨਦੇ, ਸਰਬੱਤ ਦਾ ਭਲਾ ਮੰਨਦੇ ਹਨ। ਜੇ ਉਹ ਕਹਿਣ, ਪ੍ਰੀਤਮ ਪਿਆਰੇ ਨੂੰ ਬੇਨਤੀ ਕਰਨ
ਤਾਂ ਇਹ ਦੁਨੀਆ ਦੇ ਤਮਾਮ ਨਿੰਦਕ ਵਿਗੜੇ ਹੋਏ ਲੋਕ ਉਹਨਾਂ ਦੀ ਬਖਸ਼ਿਸ਼ ਦੇ ਨਾਲ ਮੋਕਸ਼ ਪ੍ਰਾਪਤ ਕਰ ਸਕਦੇ ਹਨ, ਸਵਰਗਾਂ ਨੂੰ ਜਾ ਸਕਦੇ ਹਨ। ਇੱਕ ਬੋਲ ਜੇ ਗੁਰੂ ਦਾ ਪਿਆਰਾ ਬੋਲ ਦੇਵੇ, ਭਗਤ ਜਨ ਬੋਲ ਦੇਵੇ ਕਿ ਸੱਚੇ ਪਾਤਸ਼ਾਹ ਇਹਨੂੰ ਵੀ ਬਖਸ਼ ਦਿਓ, ਤਾਂ ਨਿੰਦਕ ਬਖਸ਼ਿਆ ਜਾਂਦਾ ਹੈ, ਮੋਕਸ਼ ਪ੍ਰਾਪਤ ਕਰ ਲੈਂਦਾ ਹੈ। ਗੁਰੂ ਪਿਆਰਿਓ, ਅੱਜ ਆਪਾਂ 13ਵੀਂ ਅਸ਼ਟਪਦੀ ਦਾ ਤੀਜਾ ਪਦ ਵਿਚਾਰਿਆ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।